ਫਰੀਦਕੋਟ 'ਚ ਐਨਕਾਊਂਟਰ ਤੋਂ ਬਾਅਦ ਦੋ ਬਦਮਾਸ਼ ਕਾਬੂ, ਪੁਲਿਸ ਦੀ ਗੋਲੀ ਨਾਲ ਹੋਏ ਜ਼ਖਮੀ। ਡਰਾ ਧਮਕਾ ਕੇ ਲੋਕਾਂ ਤੋਂ ਵਸੂਲਦੇ ਸਨ ਰੰਗਦਾਰੀ। ਤਰਨਤਾਰਨ 'ਚ ਬਦਮਾਸ਼ਾਂ ਨੇ ਚਕਮਾ ਦੇ ਕੇ ਹਿਰਾਸਤ 'ਚੋਂ ਭੱਜਣ ਦੀ ਕੀਤੀ ਕੋਸ਼ਿਸ਼, ਪੁਲਿਸ ਨੇ ਮੁਸਤੈਦੀ ਨਾਲ ਮੁੜ ਦਬੋਚਿਆ। ਐਨਕਾਊਂਟਰ 'ਚ ਜ਼ਖਮੀ ਬਦਮਾਸ਼ ਨੂੰ ਹਸਪਤਾਲ 'ਚ ਕਰਾਇਆ ਗਿਆ ਭਰਤੀ। ਡੱਲੇਵਾਲ ਦਾ ਮਨਵਰਤ 44ਵੇਂ ਦਿਨ 'ਚ ਦਾਖਲ, ਲਗਾਤਾਰ ਭੁੱਖੇ ਰਹਿਣ ਕਾਰਨ ਹਾਲਤ ਬਣੀ ਹੋਈ ਹੈ ਨਾਜ਼ੁਕ। ਟ੍ਰੀਟਮੈਂਟ ਲੈਣ ਤੋਂ ਇਨਕਾਰ ਕਰ ਚੁੱਕੇ ਨੇ ਡੱਲੇਵਾਲ। ਪੰਜਾਬ 'ਚ ਅੱਜ ਆਮ ਆਦਮੀ ਪਾਰਟੀ ਦੀ ਤਰ੍ਹਾਂ ਚੱਲਣਗੀਆਂ ਸਰਕਾਰੀ ਬੱਸਾਂ। ਪਨਬਸ ਤੇ ਪੀਆਰਟੀਸੀ ਬੱਸ ਮੁਲਾਜ਼ਮਾਂ ਨੇ ਖਤਮ ਕੀਤੀ ਹੜਤਾਲ। 15 ਜਨਵਰੀ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਮਿਲਿਆ ਭਰੋਸਾ। ਚੰਡੀਗੜ੍ਹ 'ਚ ਐਡਵਾਈਜ਼ਰ ਦਾ ਅਹੁਦਾ ਹੋਇਆ ਖਤਮ। ਹੁਣ ਐਡਵਾਈਜ਼ਰੀ ਦੀ ਥਾਂ ਲਗਾਏ ਜਾਣਗੇ ਮੁੱਖ ਸਕੱਤਰ। ਪ੍ਰਸ਼ਾਸਕ ਦੇ ਬਾਅਦ ਆਉਂਦੀ ਸੀ ਐਡਵਾਈਜ਼ਰੀ ਦਾ ਅਹੁਦਾ। ਡਾਕਟਰ ਮਨਮੋਹਨ ਸਿੰਘ ਦੇ ਸਮਾਰਕ ਦੇ ਵਿਵਾਦ ਵਿਚਾਲੇ ਸਾਬਕਾ ਰਾਸ਼ਟਰਪਤੀ ਬਿਲਡਿੰਗ ਦੇ ਵਿੱਚ ਇਹ ਬੈਠਕ ਹੋਵੇਗੀ ਤੇ ਜੇਪੀਸੀ ਦੇ ਚੇਅਰਪਰਸਨ ਪੀਪੀ ਚੌਧਰੀ ਦੀ ਅਗਵਾਈ ਦੇ ਵਿੱਚ ਚਰਚਾ ਹੋਵੇਗੀ, ਗੱਲਬਾਤ ਹੋਵੇਗੀ। ਤੇ ਕਾਂਗਰਸ ਦੇ ਵੱਲੋਂ ਪ੍ਰਿਯੰਕਾ ਗਾਂਧੀ, ਮਨੀਸ਼ ਤਿਵਾੜੀ ਤੇ ਸੁਖਦੀਪ ਭਗਤ ਸਿੰਘ ਇਸ ਮੌਕੇ ਸ਼ਾਮਲ ਹੋਣਗੇ, ਜਦਕਿ ਬੀਜੇਪੀ ਦੇ ਵੱਲੋਂ ਬਾਂਸਰੀ ਸਵਰਾਜ, ਸੰਬਿਤ ਪਾਤਰਾ ਤੇ ਅਨੁਰਾਗ ਠਾਕੁਰ ਇਸ ਮੌਕੇ ਸ਼ਾਮਲ ਹੋਣਗੇ। ਤੇ ਕਮੇਟੀ ਦੇ ਵਿੱਚ ਲੋਕ ਸਭਾ ਤੋਂ 27 ਤੋਂ ਕਰੀਬ 12 ਸੰਸਦ ਮੈਂਬਰ ਨੇ, ਰਾਜ ਸਭਾ ਤੋਂ 27 ਤੇ 12 ਸੰਸਦ ਮੈਂਬਰ ਇਸ ਮੌਕੇ ਸ਼ਾਮਲ ਹੋਣਗੇ। ਤੇ ਇਸ ਮੌਕੇ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ ਗੱਲਬਾਤ ਕੀਤੀ ਜਾਵੇਗੀ। ਤੇ ਇਸ ਮੌਕੇ ਦੋਵੇਂ ਪਾਰਟੀਆਂ ਤੋਂ ਸਾਰੇ ਜੋ ਹੈ ਰਿਪਰੈਜ਼ੈਂਟੇਟਿਵਸ ਪਹੁੰਚਣਗੇ। ਤੇ ਜੇਪੀਸੀ ਦੀ ਪਹਿਲੀ ਮੀਟਿੰਗ ਅੱਜ ਹੋਵੇਗੀ ਸੰਸਦ ਭਵਨ ਦੇ ਵਿੱਚ, ਐਨਐਕਸੀ ਬਿਲਡਿੰਗ ਦੇ ਵਿੱਚ ਇਹ ਪੂਰੀ ਬੈਠਕ ਹੋਵੇਗੀ। ਇੱਥੇ ਗੱਲਬਾਤ ਕੀਤੀ ਜਾਵੇਗੀ ਤੇ ਜੇਪੀਸੀ ਦੇ ਚੇਅਰਮੈਨ ਪੀਪੀ ਚੌਧਰੀ ਦੀ ਅਗਵਾਈ ਦੇ ਵਿੱਚ ਗੱਲਬਾਤ ਇਸ ਮੌਕੇ ਕੀਤੀ ਜਾਵੇਗੀ। ਰਾਜਘਾਟ ਤੇ ਬਣੇਗੀ ਪ੍ਰਣਬ ਮੁਖਰਜੀ ਦੀ ਸਮਾਧੀ। ਕੇਂਦਰ ਸਰਕਾਰ ਨੇ ਕੀਤਾ ਐਲਾਨ ਤੇ ਮੁਖਰਜੀ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਮੁਲਾਕਾਤ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਗਈਆਂ ਨੇ। ਤੇ ਸਾਬਕਾ ਰਾਸ਼ਟਰਪਤੀ ਰਹੇ ਨੇ ਪ੍ਰਣਬ ਮੁਖਰਜੀ ਤੇ ਡਾਕਟਰ ਮਨਮੋਹਨ ਸਿੰਘ ਦੇ ਸਮਾਰਕ ਤੇ ਲਗਾਤਾਰ ਵਿਵਾਦ ਚੱਲ ਰਿਹਾ ਹੈ ਤੇ ਜਿਸ ਤੋਂ ਬਾਅਦ ਕਾਂਗਰਸ ਡਾਕਟਰ ਸਿੰਘ ਦੇ ਸਮਾਰਕ ਲਈ ਥਾਂ ਦੀ ਮੰਗ ਕਰਦੀ ਹੋਈ ਨਜ਼ਰ ਆ ਰਹੀ ਹੈ। ਤੇ ਕੇਂਦਰ ਨੇ ਪ੍ਰਣਬ ਮੁਖਰਜੀ ਦੀ ਸਮਾਧੀ ਲਈ ਜਿੱਥੇ ਥਾਂ ਦਿੱਤੀ ਹੈ ਤੇ ਉਸ ਦੇ ਆਸ-ਪਾਸ ਹੀ ਕਿਤੇ ਥਾਂ ਦੇਣ ਦੀ ਗੱਲ ਆਖੀ ਜਾ ਰਹੀ ਹੈ ਤੇ ਨਾਲ ਹੀ ਰਾਜਘਾਟ ਤੇ ਹੀ ਬਣੇਗੀ ਪ੍ਰਣਬ ਮੁਖਰਜੀ ਦੀ ਸਮਾਧੀ। ਤੇ ਕੇਂਦਰ ਸਰਕਾਰ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਤੇ ਸ਼੍ਰੀਮਿਸ਼ਠਾ ਮੁਖਰਜੀ ने पीएम मोदी के नाल इस मौके गलबात ते मुलाकात की है। मुझे प्रधानमंत्री जी से श्री नरेंद्र मोदी जी के साथ भेंट होने की एक अवसर मिला। मैं उनसे मिलना चाहती थी इसलिए कि मुझे 1 जनवरी को जो लेटर मिला भारत सरकार की तरफ से, उससे बताया गया कि भारत सरकार ने ये डिसीजन लिए हैं कि बाबा की स्मृति समाधि के लिए, एक मेमोरियल के लिए वो लैंड अलॉट कर रहे हैं राजघाट में। तो प्रधानमंत्री जी को मैं धन्यवाद देना चाहती थी इस बात के लिए। और सबसे बड़ी बात जो है, क्योंकि मेरे फादर हमेशा कहते थे कि राष्ट्रीय सम्मान जो हैं, मेमोरियल भी एक राष्ट्रीय सम्मान होते हैं। स्टेट ऑनर्स जो हैं वो कभी मांगा नहीं जाता, इसलिए हमारा परिवार कभी मांगा नहीं, कभी डिमांड नहीं किया। लेकिन बिन मांगे, बिना डिमांड किए हुए प्रधानमंत्री मोदी जी ने इस बारे में सोचा और उन्होंने खुद ये डिसीजन ली कि बाबा का स्मृति के लिए उनकी ऑनर में ये मेमोरियल बनाया जाएगा। तो इट इज़ इमेंसली टचिंग एंड मैं उनको और भारत सरकार को अपने दिल की गहराई से आभार व्यक्त करना चाहूँगी। ਤਾਂ ਹੁਣ ਨਵੀਂ ਦਿੱਲੀ ਦੇ ਵਿੱਚ 9A ਕੋਟਲਾ ਰੋਡ ਤੇ ਹੋਵੇਗਾ ਕਾਂਗਰਸ ਦਾ ਨਵਾਂ ਹੈੱਡਕੁਆਟਰ। ਇੰਦਰਾ ਭਵਨ ਹੋਵੇਗਾ ਨਵੇਂ ਹੈੱਡਕੁਆਟਰ ਦਾ ਨਾਮ ਤੇ 15 ਜਨਵਰੀ ਨੂੰ ਇੰਦਰਾ ਭਵਨ ਦਾ ਉਦਘਾਟਨ ਹੋਵੇਗਾ ਤੇ ਇਸ ਮੌਕੇ ਰਾਹੁਲ ਖੜਗੇ ਤੇ ਸੋਨੀਆ ਗਾਂਧੀ ਕਰਨਗੇ ਉਦਘਾਟਨ। ਇੱਕ ਵਾਰ ਫਿਰ ਤੋਂ ਕਾਂਗਰਸ ਹੈੱਡਕੁਆਟਰ ਦਾ ਪਤਾ ਬਦਲ ਗਿਆ ਹੈ ਤੇ ਹੁਣ ਕਾਂਗਰਸ ਦਾ ਨਵਾਂ ਹੈੱਡਕੁਆਟਰ 9A ਕੋਟਲਾ ਰੋਡ ਤੇ ਹੋਵੇਗਾ ਤੇ ਇੱਕ 7 ਮੰਜ਼ਿਲਾ ਇਮਾਰਤ ਹੈ ਜਿਸ ਨੂੰ ਇੰਦਰਾ ਭਵਨ ਵਜੋਂ ਜਾਣਿਆ ਜਾਵੇਗਾ, ਜੋ ਪਾਰਟੀ ਅਤੇ ਸਹਿਯੋਗੀ ਸੰਗਠਨਾਂ ਦਾ ਮੁੱਖ ਦਫ਼ਤਰ ਵੀ ਹੋਵੇਗਾ। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਚੰਡੀਗੜ੍ਹ ਮੇਅਰ ਚੋਣਾਂ ਦੀ। ਚੰਡੀਗੜ੍ਹ ਮੇਅਰ ਚੋਣਾਂ ਦਾ ਐਲਾਨ ਹੋ ਚੁੱਕਿਆ ਤੇ 24 ਜਨਵਰੀ ਤੋਂ ਲੈ ਕੇ ਇਹ ਸ਼ੁਰੂ ਹੋਣਗੀਆਂ ਚੋਣਾਂ ਤੇ ਸਵੇਰੇ 11 ਵਜੇ ਦਾ ਸਮਾਂ ਰੱਖਿਆ ਗਿਆ ਤੇ ਇਸ ਮੌਕੇ ਵੋਟਾਂ ਪੈਣਗੀਆਂ ਤੇ ਪਿਛਲੀਆਂ ਵੋਟਾਂ ਦੇ ਦੌਰਾਨ ਵੀ ਬੇहद ਹੰਗਾਮਾ ਹੋਇਆ ਸੀ। ਰਮਨੀਕ ਸਿੰਘ ਪ੍ਰੈਜ਼ੀਡਿੰਗ ਅਫਸਰ ਸਨ, ਅਧਿਕਾਰੀ ਸਨ ਉਸ ਮੌਕੇ ਤੇ ਮੇਅਰ ਦੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਕੋਰਟ ਦੇ ਵਿੱਚ ਜਾਵੇਗੀ ਤੇ ਤੈਅ ਸਮੇਂ ਤੋਂ ਪਹਿਲਾਂ ਕਰਵਾਈ ਜਾ ਰਹੀ ਹੈ ਚੋਣ। ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਵਕਤ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੇਅਰ ਤੇ
पूरी खबर है कि जो तरीकों का ऐलान होया है ते तरीका 24 जनवरी ऐलानी गई है कि चंडीगढ़ मेयर चोण इस दिन होगी ते इस दिन करीब 11 बजे के समय ते वोटां पैणगियां। तो चंडीगढ़ दे विच एडवाइजर का अहुदा हुण खत्म कर चुका है। हुण एडवाइजर की थां होणगे मुख सकत्तरत प्रशासक ते नाल ही यह अहुदा उस तो बाद आउंदा सी ते हुण एडवाइजर का अहुदा खत्म होया। तो चंडीगढ़ दे विच एडवाइजर का अहुदा खत्म होया जिसनूं लैके हुण खबर है हुण इस अहुदे नूं खत्म किया गया है ते चंडीगढ़ दे विच एडवाइजर की थां होणगे मुख सकत्तरत ते प्रशासक तो बाद आउंदा सी एडवाइजर का अहुदा जिसनूं हुण खत्म किया गया है, डिसमिस किया गया है ते हुण एडवाइजर की थां मुख सकत्तरत होणगे ते चंडीगढ़ दे विच एडवाइजर का अहुदा खत्म होया। ਤਾਂ ਗੱਲ ਹੁਣ ਕੌਮੀ ਇਨਸਾਫ ਮੋਰਚਾ ਦੀ ਮੋਰਚੇ ਤੇ 2 ਸਾਲ ਪੂਰੇ ਹੋਣ ਤੇ ਪ੍ਰਦਰਸ਼ਨਕਾਰੀਆਂ ਨੇ ਸੀਐਮ ਰਹਾਇਸ਼ ਤੱਕ ਘੇਰਾਓ ਕਰਨ ਦੀ ਕੋਸ਼ਿਸ਼ ਕੀਤੀ ਤੇ ਸੈਕਟਰ 43 ਤੱਕ ਪਹੁੰਚਣ ਦੇ ਵਿੱਚ ਵੀ ਕਾਮਯਾਬ ਰਹੇ, ਜਿੱਥੇ ਸਮਾਣਾ ਚੰਡੀਗੜ੍ਹ ਪੁਲਿਸ ਦੇ ਨਾਲ ਹੋਇਆ ਤੇ ਜਦੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਲਾਠੀ ਚਾਰਜ ਕਰਕੇ ਖਦੇੜ ਦਿੱਤਾ। ਇਹ ਤਸਵੀਰਾਂ ਨੇ ਚੰਡੀਗੜ੍ਹ ਦੇ ਸੈਕਟਰ 43 ਦੀਆਂ, ਜਿੱਥੇ ਕੌਮੀ ਇਨਸਾਫ ਮੋਰਚੇ ਦਾ ਸਾਹਮਣਾ ਚੰਡੀਗੜ੍ਹ ਪੁਲਿਸ ਦੇ ਨਾਲ ਹੋਇਆ ਅਤੇ ਫਿਰ ਚੰਡੀਗੜ੍ਹ ਪੁਲਿਸ ਦਾ ਐਕਸ਼ਨ ਵੀ ਨਜ਼ਰ ਆਇਆ। ਮੁਹਾਲੀ ਦੇ ਵਿੱਚ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੇ 2 ਸਾਲ ਪੂਰੇ ਹੋਣ ਤੇ ਮੋਰਚੇ ਵੱਲੋਂ ਵੱਡਾ ਇਕੱਠ ਕੀਤਾ ਗਿਆ। ਕਿਸਾਨ ਜਥੇਬੰਦੀਆਂ ਦਾ ਵੀ ਸਾਥ ਮਿਲਿਆ। ਮਕਸਦ ਸੀ ਸੀਐਮ ਰਿਹਾਇਸ਼ ਦਾ ਘਿਰਾਓ ਕਰਨਾ ਅਤੇ ਇਸ ਮਕਸਦ ਦੇ ਨਾਲ ਪ੍ਰਦਰਸ਼ਨਕਾਰੀ ਅੱਗੇ ਵਧੇ। ਪੁਲਿਸ ਨੂੰ ਚਕਮਾ ਦੇ ਕੇ ਸੈਕਟਰ 43 ਤੱਕ ਪਹੁੰਚ ਗਏ। ਪਹਿਲਾਂ ਸੜਕ ਤੇ ਬੈਠ ਕੇ ਮੋਰਚਾ ਖੋਲ੍ਹਿਆ ਅਤੇ ਫਿਰ ਜਿਵੇਂ ਹੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਚੰਡੀਗੜ੍ਹ ਪੁਲਿਸ ਨੇ ਮੋਰਚਾ ਸੰਭਾਲ ਲਿਆ। ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਕੇ ਬੱਸਾਂ ਦੇ ਵਿੱਚ ਬਿਠਾਇਆ ਗਿਆ ਅਤੇ ਇਸ ਦੇ ਬਾਵਜੂਦ ਵੀ ਜਦੋਂ ਪ੍ਰਦਰਸ਼ਨਕਾਰੀ ਅੱਗੇ ਵਧਣ ਤੇ ਬਾਜ਼ਿਦ ਰਹੇ ਤਾਂ ਫਿਰ ਪੁਲਿਸ ਨੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਹੰਝੂ ਗੈਸ ਤੇ ਗੋਲਿਆਂ ਦੀ ਵਰਤੋਂ ਕੀਤੀ ਤੇ ਪ੍ਰਦਰਸ਼ਨਕਾਰੀਆਂ ਨੂੰ ਮੌਕੇ ਤੋਂ ਖਦੇੜ ਦਿੱਤਾ। ਲਾਠੀਚਾਰਜ ਜਿਹੜਾ ਹੋਇਆ ਔਰ ਪੁਲਿਸ ਦੇ ਵੀ ਸੱਟਾਂ ਵੱਜੀਆਂ। ਪ੍ਰਸ਼ਾਸਨ ਸਾਡੇ ਧੱਕਾ ਕਰ ਰਿਹਾ। 2 ਸਾਲ ਹੋ ਗਏ ਸਾਨੂੰ ਪੀਸਫੁਲੀ ਬੈਠੇ ਆ ਅਸੀਂ। 2 ਸਾਲਾਂ ਦੇ ਵਿੱਚ ਕੋਈ ਐਸਾ ਗੱਲ ਨਹੀਂ ਹੋਈ ਜਿਹੜਾ ਅੱਜ ਇਸੇ ਗੜਬੜ ਹੋਈ ਆ, ਸਾਨੂੰ ਉਸੇ ਜਾਣ ਦਿੱਤਾ ਜਾਂਦਾ। ਇਸ ਪ੍ਰਦਰਸ਼ਨ ਦੇ ਵਿੱਚ ਐਮਪੀ ਸਰਬਜੀਤ ਸਿੰਘ ਖਾਲਸਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਸਾਬਕਾ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਵੀ ਸ਼ਾਮਲ ਹੋਣਾ ਸੀ, ਪਰ ਪੁਲਿਸ ਨੇ ਉਹਨਾਂ ਨੂੰ ਪਹਿਲਾਂ ਹੀ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ। ਪੁਲਿਸ ਵਾਲਿਆਂ ਦਾ ਕਹਿਣਾ ਕਿ ਸਾਨੂੰ ਉੱਪਰੋਂ ਹਦਾਇਤ ਹੈ ਕਿ ਤੁਸੀਂ ਨਹੀਂ ਜਾ ਸਕਦੇ, ਜੇ ਤੁਸੀਂ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਬਾਈ ਫੋਰਸ ਰੋਕਾਂਗੇ ਤੁਹਾਨੂੰ। ਤੇ ਅਸੀਂ ਕੋਈ ਇਹੋ ਜਿਹੇ ਟਕਰਾਅ 'ਚ ਨਹੀਂ ਪੈਣਾ ਚਾਹੁੰਦੇ ਕਿ ਅਸੀਂ ਸੋਚਦੇ ਹਾਂ ਕਿ ਪੰਜਾਬ ਦੇ ਹਾਲਾਤ ਪਹਿਲਾਂ ਹੀ ਇਦਾਂ ਦੇ ਆ। ਇਕੱਠ ਕਰਨ ਵਾਸਤੇ ਮੀਟਿੰਗਾਂ ਰੱਖੀਆਂ ਸੀ ਅਲੱਗ-ਅਲੱਗ ਥਾਂ ਤੇ, ਅਲੱਗ-ਅਲੱਗ ਏਰੀਆ ਦੇ ਵਿੱਚ। ਸਰਕਾਰ ਸਾਨੂੰ ਮੀਟਿੰਗਾਂ ਵੀ ਨਹੀਂ ਚਾਹੁੰਦੀ ਕਿ ਸਰਕਾਰ ਅਸੀਂ ਮੀਟਿੰਗਾਂ ਕਰੀਏ ਤੇ ਉੱਤੇ ਇਕੱਠ ਹੋ ਸਕੇ। ਜ਼ਿਕਰਯੋਗ ਹੈ ਕਿ ਪਿਛਲੇ 2 ਸਾਲ ਤੋਂ ਮੁਹਾਲੀ ਦੇ ਵਿੱਚ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ, ਜਿਸ ਦੇ ਜ਼ਰੀਏ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਮੋਰਚੇ ਵੱਲੋਂ ਚੰਡੀਗੜ੍ਹ ਕੂਚ ਦੀਆਂ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਨੇ, ਪਰ ਚੰਡੀਗੜ੍ਹ ਦੇ ਵਿੱਚ ਐਂਟਰੀ ਨਹੀਂ ਹੋ ਸਕੀ। ਚੰਡੀਗੜ੍ਹ ਤੋਂ ਮਨੋਜ ਰਾਠੀ, ਨਿਊਜ਼ 18। ਲਾਠੀਚਾਰਜ ਵੀ ਸ਼ੁਰੂ ਹੋ ਚੁੱਕਿਆ ਹੈ। ਲਾਠੀਚਾਰਜ ਹੁਣ ਹੋ ਚੁੱਕਿਆ ਹੈ, ਪੁਲਿਸ ਦੇ ਨਾਲ ਉਹਨਾਂ ਦਾ ਲਾਠੀਚਾਰਜ ਹੋਇਆ। ਤਾਂ ਉਧਰ ਦਿੱਲੀ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਤੇ ਚੋਣ ਕਮਿਸ਼ਨ ਨੇ ਚੋਣ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ ਤੇ ਚੋਣਾਂ ਦੇ ਐਲਾਨ ਦੇ ਨਾਲ ਹੀ ਸਿਆਸੀ ਧਿਰਾਂ ਦੇ ਵੱਲੋਂ ਆਪੋ ਆਪਣੀ ਜਿੱਤ ਦੇ ਦਾਅਵੇ ਸ਼ੁਰੂ ਹੋ ਗਏ ਨੇ। ਦਿੱਲੀ ਵਿਧਾਨ ਸਭਾ ਚੋਣਾਂ ਦਾ ਦੰਗਲ ਸੱਜ ਚੁੱਕਿਆ ਹੈ। ਇਲੈਕਸ਼ਨ ਕਮਿਸ਼ਨ ਨੇ ਚੋਣ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਵਿੱਚ 5 ਫਰਵਰੀ ਨੂੰ VOTING ਹੋਵੇਗੀ ਤੇ 8 ਫਰਵਰੀ ਨੂੰ ਨਤੀਜੇ ਆਉਣਗੇ। 10 ਜਨਵਰੀ ਤੋਂ ਨਾਮਜ਼ਦਗੀ ਦੀ ਸ਼ੁਰੂਆਤ ਹੋ ਜਾਵੇਗੀ। 17 ਜਨਵਰੀ ਤੱਕ ਨੋਮੀਨੇਸ਼ਨ ਭਰੇ ਜਾਣਗੇ। ਦਿੱਲੀ ਦੇ 1.55 ਕਰੋੜ ਵੋਟਰ ਆਪਣੇ ਨੁਮਾਇੰਦੇ ਚੁਣਨਗੇ ਤੇ VOTING ਪ੍ਰਕਿਰਿਆ ਦੇ ਲਈ ਦਿੱਲੀ ਦੇ ਵਿੱਚ 13,033 ਬੂਥ ਬਣਾਏ ਗਏ ਨੇ। Date of poll is 5th and counting is 8th and 5th again we have very deliberately kept Wednesday, क्योंकि हम सोचते हैं सब दिल्ली वाले वोट करें, इसलिए इस बार भी महाराष्ट्र की तरह हमने इसको वेडनेसडे में रखा है। Entire election process after counting will be complete by 10th. ਚੋਣ ਕਮਿਸ਼ਨ ਨੇ EVM ਨੂੰ ਲੈ ਕੇ ਉੱਠ ਰਹੇ ਸਵਾਲਾਂ ਤੇ ਵੀ ਜਵਾਬ ਦਿੱਤਾ। ਚੋਣ ਕਮਿਸ਼ਨ ਦੇ ਮੁਤਾਬਕ EVM VOTING ਤੋਂ 7-8 ਦਿਨ ਪਹਿਲਾਂ ਤਿਆਰ ਹੋ ਜਾਂਦੀ ਹੈ। ਉਸ ਵਿੱਚ ਕੋਈ ਬਗ ਜਾਂ ਵਾਇਰਸ ਨਹੀਂ ਪਾਇਆ ਜਾ ਸਕਦਾ, ਸੋ EVM हैक ਕਰਨਾ ਮੁਮਕਿਨ नहीं। जबकि कांग्रेस का तर्क है कि चोण कमिशन EVM ਨੂੰ ਲੈ ਕੇ पैदा हुए शंके दूर नहीं कर पा रहा। छोड़ने से पहले फॉर्म 17C अकाउंट ऑफ वोट्स
किसमें कितने वोट पड़े इसकी संख्या उनको दे दी जाती है। आई विल कवर दिस पॉइंट अगेन व्हेन आई कम टू VTR। ईवीएम्स को वापस स्टोर रूम में लाया गया, फिर उनके सामने ताला लगाया गया, फिर काउंटिंग के दिन आए, फिर कहा भाई काउंटिंग में फिर देख लो वही मशीन है, फिर सील चेक कर लो, उसके बाद में फॉर्म 17C से मिला लो। अगर 17C से काउंट मिलेगा तभी काउंटिंग प्रोसीड करेगी। महाराष्ट्र में भी कई ऐसे उदाहरण आए कि जहां वर्चस्व में कांग्रेस को वोट पड़ा और दिखा कि ईवीएम में कहीं भी वोट नहीं है। तो ये जो संदेह की भावना आती है, इसको इलेक्शन कमीशन दूर नहीं कर पा रहा है। ये भी बात आती है कि जब मैनुअल वोटिंग होती थी तो ज़्यादातर मैनुअल वोटिंग के जो आखिरी आंकड़े आते थे शाम को 7, 8, 9, 10 बजे तक, और मुख्य जब अल्टीमेटली काउंट होता था तो 2 या 3% का ज़्यादा से ज़्यादा अंतर पड़ जाता था। आज ईवीएम जो माना जाता है ज़्यादा एफिशिएंट है, इलेक्ट्रॉनिक है, उसमें 13, 15% तक के अंतर आ जाते हैं। ਚੋਣ ਤਰੀਕਾਂ ਦੇ ਐਲਾਨ ਦੇ ਨਾਲ ਹੀ ਆਮ ਆਦਮੀ ਪਾਰਟੀ ਤੇ ਬੀਜੇਪੀ ਦੇ ਵੱਲੋਂ ਆਪੋ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਨੇ। दिल्ली के लोग एक बार फिर से अपने परिवार के लोगों को अच्छा स्वास्थ्य देने वाले मुख्यमंत्री को चुनेंगे। डिफरेंट वेलफेयर स्कीम्स को ईमानदारी से लागू करने वाले ईमानदार और दूरदर्शी नेता केजरीवाल जी को चुनेंगे। इस तारीख का इंतजार दिल्ली की जनता लगातार कर रही थी और 5 तारीख दिल्ली में बदलाव की तारीख है और 8 तारीख को दिल्ली में डबल इंजन की भाजपा की सरकार बनेगी। ਦਿੱਲੀ ਦੇ ਲੋਕ ਮੁੜ ਕੇਜਰੀਵਾਲ ਤੇ ਭਰੋਸਾ ਜਤਾਉਂਦੇ ਨੇ ਜਾਂ ਫਿਰ ਬਦਲਾਅ ਲਿਆਉਂਦੇ ਨੇ, ਇਸ ਦਾ ਫੈਸਲਾ 5 ਫਰਵਰੀ ਨੂੰ ਈਵੀਐਮ ਦੇ ਵਿੱਚ ਬੰਦ ਹੋ ਜਾਵੇਗਾ। ਫਿਰ ਰਿਪੋਰਟ ਨਿਊਜ਼ 18। ਸੰਗਰੂਰ ਦੇ ਪਿੰਡ ਰਟੋਲਾ ਕਲਾਂ 'ਚ ਹੋਈ ਫਾਇਰਿੰਗ ਦੀ ਸੀਸੀਟੀਵੀ ਆਈ ਸਾਹਮਣੇ। ਗੱਡੀਆਂ ਦੇ ਵਿੱਚ ਆਏ ਸੀ 1 ਦਰਜਨ ਦੇ ਕਰੀਬ ਹਮਲਾਵਰ। ਇੱਕ ਘਰ ਤੇ ਕੀਤੀ ਤਾਬੜਤੋੜ ਫਾਇਰਿੰਗ। ਪੀੜਤ ਨੇ ਸਰਪੰਚ ਤੇ ਪਤੀ ਸਮੇਤ ਕਈਆਂ ਤੇ ਲਾਏ ਇਲਜ਼ਾਮ। ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ 'ਚ 11 ਸਾਲਾ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਨੋਚਿਆ। ਗੰਭੀਰ ਰੂਪ 'ਚ ਹੋਈ ਜ਼ਖਮੀ ਬੱਚੀ ਹਸਪਤਾਲ 'ਚ ਜੇਰੇ ਇਲਾਜ। ਕਪੂਰਥਲਾ ਦੇ ਸਦਰ ਬਾਜ਼ਾਰ 'ਚ 2 ਧਿਰਾਂ ਵਿਚਾਲੇ ਹੋਈ ਲੜਾਈ। ਦੋਵਾਂ ਧਿਰਾਂ ਨੇ 2 ਨੌਜਵਾਨ ਜ਼ਖਮੀ, ਹਸਪਤਾਲ ਦੇ ਵਿੱਚ ਜੇਰੇ ਇਲਾਜ। ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਮਾਮਲਾ। ਜਲੰਧਰ 'ਚ ਲੰਮਾ ਪਿੰਡ ਸੜਕ ਦੇ ਪੈਦਲ ਜਾ ਰਹੇ ਨੌਜਵਾਨ ਨੂੰ ਲੱਗਾ ਕਰੰਟ। 18 ਸਾਲਾ ਲੱਕੀ ਦੀ ਮੌਕੇ ਤੇ ਹੋਈ ਮੌਤ। ਗੁੱਸੇ ਦੇ ਵਿੱਚ ਆਏ ਪਰਿਵਾਰ ਨੇ ਨੈਸ਼ਨਲ ਹਾਈਵੇ ਤੇ ਲਗਾਇਆ ਧਰਨਾ। ਦਿੱਲੀ 에ਅਰਪੋਰਟ ਤੇ ਗੋਲਡ ਸਮਗਲਿੰਗ ਦਾ ਪਰਦਾਫਾਸ਼। ਸੋਨੇ ਨਾਲ ਜਿਹੜੇ ਸ਼ਰਟ ਦੇ ਬਟਨਾਂ ਦੇ ਨਾਲ ਲਗਾ ਕੇ ਲਿਆਇਆ 24 ਕੈਰਟ ਗੋਲਡ। ਸਾਊਦੀ ਅਰਬ ਤੇ ਜਦਾਹ ਤੋਂ ਆਇਆ ਸੀ ਯਾਤਰੀ। ਫਰੀਦਕੋਟ ਦੇ ਪਿੰਡ ਕਮਿਆਣਾ 'ਚ ਜ਼ਮੀਨੀ ਵਿਵਾਦ 'ਚ ਐਨਆਰਆਈ ਤੇ ਜਾਨਲੇਵਾ ਹਮਲਾ। 8 ਤੋਂ 10 ਹਥਿਆਰਬੰਦ ਬਦਮਾਸ਼ਾਂ ਨੇ ਘਰ ਦੇ ਵਿੱਚ ਵੜ ਕੇ ਐਨਆਰਆਈ ਤੇ ਕੀਤੇ ਵਾਰ। ਤੇਜ਼ਧਾਰ ਹਥਿਆਰਾਂ ਤੇ ਇੱਟਾਂ ਨਾਲ ਵੀ ਕੀਤਾ ਹਮਲਾ। ਬਠਿੰਡਾ ਦੇ ਪਿੰਡ ਬਦਿਆਲਾ ਦੇ ਵਿੱਚ ਡਬਲ ਮਰਡਰ ਨਾਲ ਸਨਸਨੀ। ਖੇਤਾਂ ਦੇ ਵਿੱਚ ਰਹਿੰਦੇ ਬਜ਼ੁਰਗ ਜੋੜੇ ਦਾ ਕਤਲ। ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ। ਅੰਮ੍ਰਿਤਸਰ ਦੇ ਦਸ਼ਮੇਸ਼ ਐਵਨਿਊ ਦੇ ਵਿੱਚ ਦੁਕਾਨ ਅੱਗੇ ਕਾਰ ਖੜੀ ਕਰਨ ਤੇ ਹੰਗਾਮਾ। ਦੁਕਾਨਦਾਰ ਵੱਲੋਂ ਰੋਕਣ ਤੇ ਕਾਰ ਚਾਲਕਾਂ ਨੇ ਦੁਕਾਨ 'ਚ ਕੀਤੀ ਭੰਨਤੋੜ। ਦੁਕਾਨਦਾਰ ਨੇ ਬਦਮਾਸ਼ਾਂ ਤੇ ਦਸਤਾਰ ਉਤਾਰਨ ਦੇ ਵੀ ਲਾਏ ਇਲਜ਼ਾਮ। ਲੁਧਿਆਣਾ ਦੇ BRS ਨਗਰ 'ਚ ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ 'ਚ ਹੋਈ ਚੋਰੀ। ਲੱਖਾਂ ਦਾ ਸੋਨਾ ਤੇ ਚਾਂਦੀ ਲੈ ਕੇ ਮੁਲਜ਼ਮ ਹੋਏ ਫਰਾਰ। ਚੋਰਾਂ ਦੀਆਂ CCTV ਤਸਵੀਰਾਂ ਵੀ ਆਈਆਂ ਸਾਹਮਣੇ। ਜਲੰਧਰ ਦੇ ਅਵਤਾਰ ਨਗਰ 'ਚ ਚੋਰਾਂ ਨੇ ਗਲੀ 'ਚ ਖੜੀ ਗੱਡੀਆਂ ਦੇ ਤੋੜੇ ਸ਼ੀਸ਼ੇ। ਗੱਡੀਆਂ ਦੇ ਵਿੱਚ ਪਿਆ ਸਮਾਨ ਲੈ ਕੇ ਚੋਰ ਹੋਏ ਫਰਾਰ। ਘਟਨਾ ਨੂੰ ਲੈ ਕੇ ਇਲਾਕਾ ਵਾਸੀਆਂ ਦੇ ਵਿੱਚ ਰੋਸ। ਜਲਾਲਾਬਾਦ 'ਚ ਚੋਰਾਂ ਨੇ ਮੋਬਾਈਲ ਦੀ ਦੁਕਾਨ ਤੇ ਕੀਤਾ ਹੱਥ ਸਾਫ਼। ਦੁਕਾਨ ਦੀ ਪਿਛਲੀ ਦੀਵਾਰ ਤੋੜ ਕੇ ਚੋਰੀ ਕੀਤੇ ਗਏ ਕਈ ਮੋਬਾਈਲ। ਦੁਕਾਨਦਾਰ ਮੁਤਾਬਕ 7 ਤੋਂ 8 ਲੱਖ ਰੁਪਏ ਦੀ ਹੋਈ ਚੋਰੀ। ਬਰਨਾਲਾ 'ਚ ਸੜਕ ਹਾਦਸੇ 'ਚ ਮਰਨ ਵਾਲਿਆਂ ਕਿਸਾਨ ਮਹਿਲਾਵਾਂ ਦੇ ਪਰਿਵਾਰਾਂ ਨੇ DC ਦਫ਼ਤਰ ਦੇ ਬਾਹਰ ਲਗਾਇਆ ਧਰਨਾ। ਪ੍ਰਸ਼ਾਸਨ ਤੋਂ 10 ਲੱਖ ਦੇ ਮੁਆਵਜ਼ੇ ਦੀ ਕਰ ਰਹੇ ਨੇ ਮੰਗ। ਜਗਰਾਉਂ 'ਚ ਚੋਰਾਂ ਨੇ ਰਿਟਾਇਰਡ ਡਾਕਟਰ ਦੇ ਘਰ ਨੂੰ ਬਣਾਇਆ ਨਿਸ਼ਾਨਾ। ਘਰ ਖੜੀ ਐਕਟਿਵਾ ਲੈ ਕੇ ਹੋਏ ਫਰਾਰ। ਪੁਲਿਸ ਨੇ CCTV ਦੇ ਆਧਾਰ ਤੇ ਚੋਰਾਂ ਨੂੰ ਜਲਦ ਫੜਨ ਦਾ ਕੀਤਾ ਦਾਅਵਾ। ਨਵਾਂ ਸ਼ਹਿਰ ਦੇ ਬਲਾਚੌਰ 'ਚ ਵਾਲਮੀਕੀ ਸਮਾਜ ਨੇ ਥਾਣੇ ਅੱਗੇ ਦਿੱਤਾ ਧਰਨਾ। 2 ਡਾਕਟਰਾਂ ਵੱਲੋਂ WhatsApp ਤੇ ਵਾਲਮੀਕੀ ਸਮਾਜ ਖਿਲਾਫ ਜਾਤੀ ਸੂਚਕ ਸ਼ਬਦ ਲਿਖੇ ਕੇ ਕੀਤੇ ਵਾਇਰਲ। ਦੋਵਾਂ ਖਿਲਾਫ ਮਾਮਲਾ ਦਰਜ ਹੋਣ ਤੋਂ ਬਾਅਦ ਧਰਨਾ ਕੀਤਾ ਖਤਮ। ਗੁਰਦਾਸਪੁਰ ਪੁਲਿਸ ਨੇ ਛੋਟੇ ਹਾਥੀ ਵਿੱਚ ਲਿਜਾ ਰਹੇ ਚਾਈਨਾ ਡੋਰ ਦੇ 174 ਗੱਟੂਆਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ। DSP ਦੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਸਿੱਧੀ ਚੇਤਾਵਨੀ, ਕਿਹਾ ਸੁਧਰ ਜਾਓ ਨਹੀਂ ਤਾਂ ਖੈਰ ਨਹੀਂ। ਰਾਜਪੁਰਾ ਦੇ ਸਰਹੱਦ ਬਾਈਪਾਸ ਤੇ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ। ਬਿਜਲੀ ਦੇ ਖੰਭੇ ਨਾਲ ਟਕਰਾਈ ਹੋਂਡਾ ਕਾਰ। ਘਟਨਾ ਦੇ ਵਿੱਚ ਇੱਕ ਦੀ ਮੌਤ, 6 ਗੰਭੀਰ ਜ਼ਖਮੀ। ਸਮਾਣਾ 'ਚ ਇੱਕ ਟਰੱਕ ਨੇ ਰਾਹ ਜਾਂਦੀ ਮਹਿਲਾ ਨੂੰ ਦਰੜਿਆ। ਮਹਿਲਾ ਦੀ ਮੌਕੇ ਤੇ ਹੋਈ ਮੌਤ। ਟਰੱਕ ਚਾਲਕ ਮੌਕੇ ਤੋਂ ਫਰਾਰ।
ਤੇ ਹੁਣ ਗੱਲ HMP ਵਾਇਰਸ ਦੀ। ਭਾਰਤ ਦੇ ਵਿੱਚ HMP ਵਾਇਰਸ ਨੂੰ ਲੈ ਕੇ ਅਲਰਟ ਹੋਇਆ ਹੈ। ਕੇਂਦਰੀ ਸਿਹਤ ਸਕੱਤਰ ਨੇ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ ਹੈ ਤੇ ਸੂਬਿਆਂ ਨੂੰ ਜਾਗਰੂਕਤਾ ਵਧਾਉਣ ਦੀ ਸਲਾਹ ਦਿੱਤੀ ਹੈ। ਤੇ ਹੁਣ ਤੱਕ ਦੇਸ਼ ਦੇ ਵਿੱਚ HMP ਦੇ ਕੁੱਲ 5 ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਕੇਂਦਰ ਸਰਕਾਰ ਇਸ ਪੂਰੇ ਮਾਮਲੇ ਦੇ ਵਿੱਚ ਇਹ ਬਿਆਨ ਦਿੰਦੀ ਹੋਈ ਨਜ਼ਰ ਆਈ। HMP ਸਾਲ 2001 ਤੋਂ ਹੀ ਫੈਲ ਰਿਹਾ ਹੈ। ਕੇਂਦਰ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਮਾਹਰਾਂ ਮੁਤਾਬਕ HMP ਕੋਈ ਨਵਾਂ ਵਾਇਰਸ ਨਹੀਂ ਹੈ, जबकि ICMR सेहत सुरक्षा की स्थिति पूरी इस नज़र जो है स्थिति ते नज़र रख रही है। तो किसी भी तरह की स्थिति के नाल लड़न लई असीं तैयार हाँ। अपने आप दे विच इस वायरस नूं किसी तरीके का डेडली वायरस नहीं मन्निया जा रहा, पर 5 लोगों के संक्रमित होने तो बाद एक चिंता का विषय बनता हुआ नज़र आ रहा है। जबकि सरकार केंद्र सरकार का इस मौके बयान आता है कि इस पूरे वायरस नूं एक तरीके दे नाल निपटन की पूरी तैयारी है। तो 2001 तो ही ये वायरस फैल रहा है। तो माहर मुताबक HMP कोई नवा वायरस नहीं है, ये पहला भी एग्जिस्टिंग सी। ते ICMR ते सेहत सुरक्षा ते पूरी स्थिति दी नजर है। आज हम PGI चंडीगढ़ में मौजूद हैं, जहां पर कम्युनिटी मेडिसिन के प्रोफेसर हैं डॉक्टर PVM लक्ष्मी, जो इस तरह के वायरस को भली भांति पहले देख चुके हैं, बता चुके हैं, और आज काफी जो मिथ हैं वो भी क्लियर करेंगे। और मिथ में इसलिए यूज कर रहा हूं कि ये जो हम वर्ड यूज करते हैं, भारत में पहले मरीज मिले, अकॉर्डिंग टू डॉक्टर पहले मरीज नहीं, ये पेशेंट पहले भी आते रहे हैं। तो डॉक्टर PVM लक्ष्मी से पूछते हैं। मैंने ठीक कहा डॉक्टर साहब? हाँ जी, बिल्कुल सही कहा है कि ये कोई नया वायरस नहीं है। इसके पेशेंट्स पहले भी आते थे, अभी भी आ रहे हैं। कि टेस्टिंग पहले भी होती थी, कि सर्विलेंस के अंडर पिछले साल भी टेस्टिंग हुआ था कि ICMR के VRDL लैब्स में, तो उसमें ये वायरस भी मिली है, पहले भी मिली है, अभी भी कुछ लोग पॉजिटिव आ रहे हैं। तो बेसिकली सर्दियों में ये वायरस, जैसे सर्दी, खांसी, जुकाम, गला खराब, बैड थ्रोट हम कहते हैं, आखिर ये कितना खतरनाक है? क्या इससे मृत्यु दर है? और ये किसको ज्यादा आपको लगता है कि ये वायरस कहें या कहें कि खांसी जुकाम हुआ तो उसमें क्या सावधानियां बरतनी चाहिए? ये बिल्कुल खतरनाक नहीं है कि इसकी मृत्यु दर बहुत कम होती है, और वो भी सीरियस इन्फेक्शंस जो होते हैं वो बच्चे हैं, एकदम छोटे छोटे बच्चे जिसमें इम्यूनिटी बहुत कम होती है, या बहुत बुजुर्ग लोग हैं जिसमें इम्यूनिटी कम होती है, या इम्यूनो कम्प्रोमाइज लोग हैं, उनमें सीवियर इन्फेक्शंस कॉज कर सकती है और जिनमें की डेथ हो सकती है। बट आम लोगों में इसकी बहुत ज़्यादा सीवियर इन्फेक्शंस नहीं होते हैं। माइल्ड खांसी जुकाम जैसे हमें आम फ्लू होती है, कि जैसे खांसी होती है, जुकाम होती है, बुखार होती है, गला खराब होती है, वैसे ही इसका भी लक्षण है, और वो आता है और जाता है, पता भी नहीं चलता है। एज ए कॉमन मैन हमें लगता है कि ये है हो जाएगा, एज ए डॉक्टर आपको लगता है कि ये पहले की तरह है, तो आखिर इतना पैनिक का माहौल क्यों लग रहा है? या बेसिकली ये इसलिए पैनिक हुई है कि क्योंकि पहले सोशल मीडिया नहीं होती थी। आजकल एक तो सोशल मीडिया हो गई है कि हर छोटी चीज़ को कि वो एग्जैगरेट हो जाती है और मल्टीप्लाई हो जाती है, इस वजह से एक पैनिक सी सिचुएशन होती है। और दूसरा कि पहले कोविड की पैंडेमिक होने की वजह से लोग थोड़ा ज़्यादा ही डरना शुरू हो गए, इसकी वजह से थोड़ी सी पैनिक सी सिचुएशन हो सकती है। डॉक्टर साहब, हालांकि सावधानी बरतनी ज़रूरी होती है, तो आप क्या कहेंगे एज ए डॉक्टर, क्योंकि कम्युनिटी मेडिसिन एक बहुत अहम डिपार्टमेंट है, लोगों के आम हेल्थ और हाइजीन से जुड़ा हुआ है। मैं ये कहूँगी कि ये बिकॉज कि रेस्पिरेटरी इन्फेक्शन है, तो रेस्पिरेटरी इन्फेक्शंस खास करके कि जब हम बात करते हैं, खांसते हैं, चीखते हैं, ये ड्रॉपलेट्स के थ्रू ही स्प्रेड होती है। तो हम उसका प्रिकॉशन लेनी है कि जैसे हम छींकते टाइम पे कि कर्चीफ यूज़ करें, मास्क पहने, अगर हमें खांसी जुकाम है तो थोड़ा लोगों से दूर बैठे, और रेस्पिरेटरी हाइजीन करें, हैंड वॉश करें फ्रीक्वेंटली, या सैनिटाइज कर ले सैनिटाइज़र से। ये जैसे कोविड में हम रेस्पिरेटरी इन्फेक्शंस के लिए जो प्रिकॉशंस लिया है वो लेने से बेटर है कि। और ये इस इन्फेक्शन ही नहीं है कि अगर हमें पता होता नहीं है कि आम खांसी जुकाम किस वायरस से हो रही है, वो हर कोई वायरस से हमें बचा